हाँ जी विद्यार्थियों, किवें हो सारे? ठीक हो? सत श्री अकाल सारिਆਂ ਨੂੰ ਪਹਿਲਾਂ ਤਾਂ ਤੇ आ जाओ जी। फिर ਆਪਾਂ ਗੱਲ ਕਰ ਰਹੇ ਸੀ ਸਾਡੀ ਪੰਜਾਬੀ ਭਾਸ਼ਾ ਦੀ ਜਮਾਤ, ਜਿਹਦੇ ਵਿੱਚ ਆਪਾਂ ਅੱਜ ਯੋਜਕਾਂ ਬਾਰੇ ਪੜ੍ਹਨਾ। ਪਿਛਲੀ ਜਮਾਤ ਸੀ ਆਪਣੀ ਜਿਹੜੀ, ਉਹਦੇ ਵਿੱਚ ਆਪਾਂ ਸੰਬੰਧਕਾਂ ਬਾਰੇ ਪੜ੍ਹਿਆ ਸੀ। ਹੁਣ ਆਪਾਂ ਯੋਜਕਾਂ ਬਾਰੇ ਪੜ੍ਹਨਾ। ਸੰਬੰਧਕ ਤੇ ਯੋਜਕ। ਸੰਬੰਧਕ ਮਤਲਬ ਸੰਬੰਧ ਬਣਾਉਣ ਵਾਲੇ, ਜੋੜਨ ਵਾਲੇ, ਤੇ ਯੋਜਕ ਦਾ ਮਤਲਬ ਹੀ ਹੁੰਦਾ ਜੋੜਨ ਵਾਲੇ। ਸੰਬੰਧਕ ਦੇ ਵਿੱਚ ਇਹ ਸੀਗਾ ਕਿ ਜੋ ਸ਼ਬਦ ਵਾਕ ਦੇ ਵਿੱਚ ਆਏ ਨਾਮ ਜਾਂ ਪੜਨਾਮ ਦਾ ਹੋਰਨਾਂ ਮਤਲਬ ਦੂਜੇ ਸ਼ਬਦਾਂ ਨਾਲ ਸੰਬੰਧ ਦੱਸਣ, ਉਹਨਾਂ ਨੂੰ ਆਪਾਂ ਕਿਹਾ ਜਾਂਦਾ ਵੀ ਸੰਬੰਧਕ ਕਿਹਾ ਜਾਂਦਾ। ਦਾ, ਦੇ, ਦੀ, ਨੂੰ, ਤੋਂ, ਕੋਲੋਂ ਆਦਿਕ ਇਹ ਸਾਡੇ ਜਿਹੜੇ ਸੀਗੇ ਇਹ ਸੰਬੰਧਕ ਸੀਗੇ। ਹੁਣ ਆਪਾਂ ਗੱਲ ਕਰਦੇ ਹਾਂ ਯੋਜਕਾਂ ਦੀ। ਦੇਖੋ, ਯੋਜਕ ਦਾ ਸ਼ਾਬਦਿਕ ਅਰਥ ਹੈਗਾ ਜੋੜਨ ਵਾਲਾ। ਯੋਜਕ ਦਾ ਸ਼ਾਬਦਿਕ ਅਰਥ ਕੀ ਹੈ? ਜੋੜਨ ਵਾਲਾ। ਹੁਣ ਇਹਦੇ ਵਿੱਚ ਕੀ ਹੈ ਅੱਗੇ ਦੇਖੋ। ਹੁਣ ਯੋਜਕ ਦੀ ਪਰਿਭਾਸ਼ਾ ਤੋਂ ਆਪਾਂ ਕਲੀਅਰ ਕਰੀਏ, ਇਹ ਸਥਿਤੀ ਆਪਾਂ ਕਲੀਅਰ ਕਰਨੀ ਹੈ ਵੀ ਯੋਜਕ ਤੇ ਸੰਬੰਧਕ ਦੇ ਵਿੱਚ ਫਰਕ, ਡਿਫਰੈਂਸ ਕੀ ਬਣਦਾ। ਜਿਹੜਾ ਸ਼ਬਦ ਦੋ ਸ਼ਬਦਾਂ, ਵਾਕੰਸ਼ਾਂ ਜਾਂ ਵਾਕਾਂ ਨੂੰ ਜੋੜਦਾ ਹੈ ਉਸ ਨੂੰ ਯੋਜਕ ਆਖਦੇ ਹਨ। ਇੱਕ ਪਰਿਭਾਸ਼ਾ ਕਿ ਜੋ ਸ਼ਬਦ ਦੋ ਸ਼ਬਦਾਂ, ਵਾਕੰਸ਼ਾਂ ਜਾਂ ਵਾਕਾਂ ਨੂੰ ਜੋੜਦਾ ਹੈ। ਵਾਕੰਸ਼, ਉਪਵਾਕ ਤੇ ਵਾਕ ਬਾਰੇ ਆਪਣੀ ਵੀਡੀਓ ਵਾਕ ਬੋਧ ਦੇ ਵਿੱਚ ਪਈ ਆ, ਥੋੜੀ ਦੇਖ ਲਿਓ ਸਾਰੇ। ਹਾਲਾਂਕਿ ਵਾਕ ਬੋਧ ਵਾਲਾ ਚੈਪਟਰ ਹੈ ਜਿਹੜਾ ਉਹ ਮਤਲਬ ਕੀ ਹੈ ਵੀ ਇੱਕ ਸਿਲੇਬਸ ਦੇ ਵਿੱਚ ਹੀ ਆ, ਬਾਕੀਆਂ ਦੇ ਵਿੱਚ ਨਹੀਂ ਆ। ਪਰ ਫਿਰ ਵੀ ਤੁਸੀਂ ਥੋੜ੍ਹਾ ਬਹੁਤਾ ਕਲੀਅਰ ਹੋ ਜਾਊਗਾ, ਤੁਹਾਡਾ ਅੱਗੇ ਫਿਊਚਰ ਦੇ ਵਿੱਚ ਕੰਮ ਆਊਗਾ। ਮੰਨ ਲਓ ਕੋਈ ਵੀ ਅੱਗੇ ਤਿਆਰੀ ਕਰਦੇ ਹੋ, ਉਹਦੇ ਵਿੱਚ ਵਾਕ ਬੋਧ ਦੇ ਵਿੱਚ ਆਹ ਹੀ ਉਦੇਸ਼, ਵਿਧੇਯ ਤੇ ਆ ਜਿਹੜੇ ਵਾਕਾਂਸ਼, ਉਪਵਾਕ, ਵਾਕ, ਇਹ ਆ ਜਿਹੜੇ ਸਾਰੇ ਵਧੀਆ ਸ਼ਾਨਦਾਰ ਕਲੀਅਰ ਕੀਤਾ। ਹੁਣ ਇਹਦੇ ਵਿੱਚ ਵਾਕੰਸ਼ਾਂ ਜਾਂ ਵਾਕਾਂ ਨੂੰ ਜੋੜਦਾ ਹੈ ਉਸ ਨੂੰ ਕਹਿੰਦੇ ਆ ਯੋਜਕ। ਦੂਸਰੀ ਪਰਿਭਾਸ਼ਾ, ਯੋਜਕ ਸ਼ਬਦ ਦੋ ਸ਼ਬਦਾਂ, ਵਾਕੰਸ਼ਾਂ, ਉਪਵਾਕਾਂ ਜਾਂ ਵਾਕਾਂ ਨੂੰ ਇੱਕ ਦੂਜੇ ਨਾਲ ਜੋੜਦੇ ਹਨ। ਜਿਵੇਂ ਅਤੇ, ਤੇ, ਕਿਉਂਕਿ, ਸਗੋਂ, ਪਰ, ਇਸ ਲਈ। ਇਹ ਸ਼ਬਦ ਹੈ ਜਿਹੜੇ ਇਹ ਸਾਡੇ ਯੋਜਕ ਸ਼ਬਦ ਹੈ। ਇਹ ਸਾਡੇ ਕਿਹੜੇ ਸ਼ਬਦ ਹੈ? ਯੋਜਕ ਸ਼ਬਦ ਹੈ। ਹੁਣ ਅਗਲੀ ਦੇਖ ਲਓ, ਅੱਗੇ ਕੁਝ ਉਦਾਹਰਨਾਂ ਦੇਖਦੇ ਹਾਂ ਫਿਰ ਪਤਾ ਲੱਗੂਗਾ। ਰਜਿੰਦਰ ਅਤੇ ਸੁਰਿੰਦਰ ਖੇਡ ਰਹੇ ਹਨ। ਦੋ ਸ਼ਬਦਾਂ ਨੂੰ ਜੋੜਨ ਵਾਲਾ ਤੇ ਯੋਜਕ ਹੈ। ਅੱਛਾ, ਹੁਣ ਦੇਖੋ ਯੋਜਕ ਹੈ ਜਿਹੜਾ ਉਹਦਾ ਜਦੋਂ ਹੁੰਦਾ ਹੈ, ਯੋਜਕ ਜਦੋਂ ਕਿਸੇ ਵਾਕ ਦੇ ਵਿੱਚ ਆਇਆ ਹੁੰਦਾ ਉਦੋਂ ਆਪਾਂ ਉਸ ਵਾਕ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਕੇ ਲਿਖ ਸਕਦੇ ਹਾਂ, ਦੋ ਭਾਗਾਂ ਦੇ ਵਿੱਚ ਵੰਡ ਸਕਦੇ ਹਾਂ। ਹੁਣ ਇਹਦੇ ਵਿੱਚ ਹੈਗਾ ਰਜਿੰਦਰ ਤੇ ਸੁਰਿੰਦਰ ਖੇਡ ਰਹੇ ਹਨ। ਇਹਨੂੰ ਮੈਂ ਬੋਲਦਾ ਰਜਿੰਦਰ ਖੇਡ ਰਿਹਾ ਹੈ ਅਤੇ ਸੁਰਿੰਦਰ ਵੀ ਖੇਡ ਰਿਹਾ ਹੈ। ਇੱਕੋ ਹੀ ਗੱਲ ਹੈ ਵੀ ਰਜਿੰਦਰ ਤੇ ਸੁਰਿੰਦਰ ਦੋਨੋਂ ਹੀ ਖੇਡ ਰਹੇ ਆ। ਮਤਲਬ ਰਜਿੰਦਰ ਖੇਡ ਰਿਹਾ ਇੱਕ ਵਾਕ ਹੋ ਗਿਆ, ਸੁਰਿੰਦਰ ਖੇਡ ਰਿਹਾ ਹੈ ਦੂਜਾ ਵਾਕ ਹੋ ਗਿਆ। ਯੋਜਕ ਦੋਨਾਂ ਵਾਕਾਂ ਨੂੰ ਜੋੜਨ ਵਾਲਾ, ਦੋਨਾਂ ਸ਼ਬਦਾਂ ਨੂੰ ਜੋੜਨ ਵਾਲਾ। ਬੱਦਲ ਆਏ ਪਰ ਮੀਂਹ ਨਾ ਵਰਿਆ, ਇਹ ਦੋ ਵਾਕਾਂ ਨੂੰ ਜੋੜਨ ਵਾਲਾ ਹੈ। ਬੱਦਲ ਆਏ ਤੇ ਮੀਂਹ ਨਾ ਵਰਿਆ ਦੋਨੋਂ ਵਾਕ ਆ, ਦੋਨਾਂ ਨੂੰ ਜੋੜਨ ਵਾਲਾ। ਪਰ ਸ਼ਬਦ ਸਾਡਾ ਯੋਜਕ ਹੈ। ਅੱਗੇ ਵਾਕੰਸ਼ਾਂ ਨੂੰ ਜੋੜਨ ਵਾਲਾ, ਸੁੰਦਰ ਨਜ਼ਾਰਿਆਂ ਅਤੇ ਠੰਡੀਆਂ ਹਵਾਵਾਂ ਵਾਲਾ ਪ੍ਰਦੇਸ਼ ਕਸ਼ਮੀਰ ਹੈ। ਇਹਦੇ ਵਿੱਚ ਸੁੰਦਰ ਨਜ਼ਾਰਿਆਂ ਵਾਕੰਸ਼ ਹੈ ਤੇ ਠੰਡੀਆਂ ਹਵਾਵਾਂ ਵਾਕੰਸ਼ ਹੈ, ਦੋਨਾਂ ਨੂੰ ਜੋੜਨ ਵਾਲਾ ਅਤੇ ਯੋਜਕ ਹੈ। ਹੁਣ ਕਾਰਜ ਦੇ ਆਧਾਰ ਤੇ ਯੋਜਕ ਦੋ ਹੀ ਪੜ੍ਹਨੇ ਆ, ਸਮਾਨ ਯੋਜਕ ਤੇ ਅਧੀਨ ਯੋਜਕ। ਸਮਾਨ ਯੋਜਕਾਂ ਦੇ ਅੱਗੇ ਪ੍ਰਕਾਰ, ਅਧੀਨ ਯੋਜਕਾਂ ਦੇ ਕੋਈ ਅੱਗੇ ਪ੍ਰਕਾਰ ਪੜ੍ਹਨ ਦੀ ਕੋਈ ਲੋੜ ਨਹੀਂ ਹੈ। ਰੀਟ ਵਾਲਾ ਪੇਪਰ ਹੈ ਜਿਹੜਾ ਜਾਂ ਗ੍ਰੇਡ 3 ਵਾਲਾ ਪੇਪਰ ਆਵੇਗਾ, ਉਹਦੇ ਵਿੱਚ ਇਸ ਤਰ੍ਹਾਂ ਦਾ ਪ੍ਰਸ਼ਨ ਨਹੀਂ ਪੁੱਛਿਆ ਜਾਂਦਾ। ਹੁਣ ਇਹਦੇ ਵਿੱਚ ਕੀ ਹੈ? ਇਹਦੇ ਵਿੱਚ ਸਮਾਨ ਤੇ ਅਧੀਨ ਯੋਜਕ ਆਪਾਂ ਕਲੀਅਰ ਕਰਨੇ ਆ। ਸਮਾਨ ਤੇ ਅਧੀਨ ਯੋਜਕ ਆਪਾਂ ਕਲੀਅਰ ਕਰਨ ਵਾਸਤੇ ਆਪਾਂ ਨੂੰ ਕੀ ਹੈ, ਕਿਹੜੀ ਚੀਜ਼ ਦਾ ਗਿਆਨ ਹੋਣਾ ਚਾਹੀਦਾ? ਵਾਕਾਂਸ਼, ਉਪਵਾਕ, ਵਾਕ। ਅਗਰ ਤੁਹਾਨੂੰ ਵਾਕ ਤੇ ਉਪਵਾਕ ਬਾਰੇ ਪਤਾ ਹੈ ਨਾ, ਸਮਝੋ ਯੋਜਕ ਤੁਹਾਡੇ ਜਮਾਂ ਸਹੀ ਹੈ, ਕਿਉਂਕਿ ਵਾਕ ਦੇ ਵਿੱਚ ਹੀ ਆ ਮੇਨ ਗੱਲ। ਵਾਕਾਂ ਬਾਰੇ ਆਪਣੀ ਕਲਾਸ ਹੈ ਜਿਹੜੀ ਉਹ ਦੁਬਾਰੇ ਫਿਰ ਰਿਪੀਟ ਨਾ ਦੇਖ ਲਿਓ ਤੁਸੀਂ। ਸਮਾਨ ਯੋਜਕ ਦੀ ਗੱਲ ਕਰਦੇ ਹਾਂ। ਹਾਂਜੀ, ਜਿਹੜਾ ਯੋਜਕ ਦੋ ਸਮਾਨ ਜਾਂ ਬਰਾਬਰ ਦੇ ਵਾਕਾਂ ਨੂੰ ਜੋੜੇ ਉਹਨੂੰ ਕਿਹਾ ਜਾਂਦਾ ਹੈ ਸਮਾਨ। ਸਮਾਨ ਦਾ ਸ਼ਾਬਦਿਕ ਅਰਥ ਹੁੰਦਾ ਬਰਾਬਰ, ਇੱਕੋ ਜਿਹਾ। ਸਮਾਨ ਯੋਜਕ ਦੋ ਸੁਤੰਤਰ ਵਾਕਾਂ ਜਾਂ ਦੋ ਸਮਾਨ ਉਪਵਾਕਾਂ ਨੂੰ ਜੋੜਨ ਦਾ ਕੰਮ ਕਰਦਾ ਹੈ। ਜਾਂ ਤਾਂ ਦੋ ਸੁਤੰਤਰ ਵਾਕ ਹੋਣਗੇ ਜਾਂ ਦੋ ਸਮਾਨ ਉਪਵਾਕ ਹੋਣਗੇ। ਦੋ ਸੁਤੰਤਰ ਜਾਂ ਸਮਾਨ ਵਾਕ ਕਿਹੜੇ ਹੁੰਦੇ ਆ? ਉਹ ਵਾਕ ਹੁੰਦੇ ਆ ਜੋ ਕਿਸੇ ਭਾਸ਼ਾ ਦੇ ਵਿੱਚ, ਕਿਸੇ ਸਥਿਤੀ ਦੇ ਵਿੱਚ ਸੁਤੰਤਰ ਰਹਿਣ, ਕਿਸੇ ਹੋਰ ਉਪਵਾਕ ਜਾਂ ਵਾਕ ਦੇ ਅਧੀਨ ਨਾ ਹੋਣ, ਉਹਨਾਂ ਨੂੰ ਆਪਣੇ ਆਪ ਨੂੰ ਪੂਰਾ ਕਰਨ ਵਾਸਤੇ ਕਿਸੇ ਦਾ ਸਹਾਰਾ ਨਾ ਲੈਣਾ ਪਵੇ, ਉਹਨਾਂ ਨੂੰ ਸੁਤੰਤਰ ਜਾਂ ਸਮਾਨ ਉਪਵਾਕ ਜਾਂ ਵਾਕ ਕਹਿੰਦੇ ਆ।
ਸਮਾਨ ਯੋਜਕ ਹੈ ਜਿਹੜਾ ਉਹ ਦੋ ਸਧਾਰਨ ਜਾਂ ਸੁਤੰਤਰ ਵਾਕਾਂ ਨੂੰ ਜੋੜ ਕੇ ਸੰਯੁਕਤ ਵਾਕ ਦਾ ਨਿਰਮਾਣ ਕਰਦਾ ਹੈ। ਸੰਯੁਕਤ ਵਾਕ ਆਪਾਂ ਪੜ੍ਹਿਆ ਸੀਗਾ। ਸੰਯੁਕਤ ਵਾਕ ਜਦੋਂ ਬਣਾਇਆ ਜਾਂਦਾ ਹੈ, ਦੋ ਸਧਾਰਨ ਜਾਂ ਦੋ ਸਮਾਨ ਉਪਵਾਕਾਂ ਨੂੰ ਜੋੜ ਕੇ ਜਦੋਂ ਬਣਦਾ ਹੈ ਤਾਂ ਉਹਨਾਂ ਨੂੰ ਜੋੜਨ ਵਾਸਤੇ ਯੋਜਕ ਦੀ ਲੋੜ ਪੈਂਦੀ ਹੈ। ਕਿਹੜੇ ਯੋਜਕ ਦੀ? ਸਮਾਨ ਯੋਜਕ ਦੀ। ਸਮਾਨ ਯੋਜਕ ਕਿਹਨਾਂ ਦਾ ਨਿਰਮਾਣ ਕਰਦਾ ਹੈ? ਸੰਯੁਕਤ ਵਾਕ ਦਾ। ਆਪਾਂ ਦੋ ਤਿੰਨ ਪ੍ਰਕਾਰ ਦੇ ਵਾਕ ਪੜ੍ਹੇ ਸੀ, ਇੱਕ ਸਧਾਰਨ ਵਾਕ, ਇੱਕ ਸੰਯੁਕਤ, ਇੱਕ ਮਿਸ਼ਰਿਤ ਤੇ ਇੱਕ ਕਿਤੇ ਕਿਤੇ ਵਿਆਕਰਨਾਂ ਦੇ ਵਿੱਚ ਦਿੱਤਾ ਹੁੰਦਾ ਗੁੰਝਲਦਾਰ ਵਾਕ। ਉਹਦੇ ਬਾਰੇ ਨਹੀਂ ਆਪਾਂ ਕੋਈ ਏਡਾ ਖਿਆਲ ਨਹੀਂ ਕਰਨਾ, ਨਾ ਤੁਸੀਂ ਉਹਦੇ ਉੱਪਰ ਜਾਣਾ ਹੀ, ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ। ਆਪਣੇ ਤਿੰਨ ਹੀ ਆ ਮਹੱਤਵਪੂਰਨ। ਇੱਕ ਸਾਡਾ ਹੈਗਾ ਸਧਾਰਨ, ਇੱਕ ਸਾਡਾ ਹੈਗਾ ਸੰਯੁਕਤ ਤੇ ਇੱਕ ਹੈਗਾ ਸਾਡਾ ਮਿਸ਼ਰਿਤ। ਹੁਣ ਕੀ ਆ ਵੀ ਸਮਾਨ ਯੋਜਕ ਤਾਂ ਸੰਯੁਕਤ ਵਾਕਾਂ ਦਾ ਨਿਰਮਾਣ ਕਰਦੇ ਆ ਤੇ ਅਧੀਨ ਯੋਜਕ ਮਿਸ਼ਰਿਤ ਵਾਕਾਂ ਦਾ ਨਿਰਮਾਣ ਕਰਦੇ ਆ। ਸਮਾਨ ਯੋਜਕ ਸੰਯੁਕਤ ਵਾਕ, ਸਮਾਨ ਯੋਜਕ ਦਾ ਸੰਬੰਧ ਸੰਯੁਕਤ ਵਾਕ ਦੇ ਨਾਲ, ਅਧੀਨ ਯੋਜਕ ਦਾ ਸੰਬੰਧ ਮਿਸ਼ਰਿਤ ਵਾਕ ਦੇ ਨਾਲ। ਬਸ ਦੋ ਗੱਲਾਂ ਕਲੀਅਰ ਤੇ ਯੋਜਕ ਤੇ ਸਾਡੇ ਵਾਕ ਆ ਜਿਹੜੇ ਉਹ ਸਾਡੇ ਸਾਰੇ ਕਲੀਅਰ ਹੋ ਜਾਣਗੇ। ਹੁਣ ਦੇਖੋ ਜੀ ਅਗਲੀ ਗੱਲ, ਸਮਾਨ ਯੋਜਕ ਦੋ ਸਧਾਰਨ ਜਾਂ ਸੁਤੰਤਰ ਵਾਕਾਂ ਨੂੰ ਜੋੜ ਕੇ ਸੰਯੁਕਤ ਵਾਕ ਦਾ ਨਿਰਮਾਣ ਕਰਦਾ। ਜਿਵੇਂ ਪ੍ਰਦੀਪ ਨੌਕਰੀ ਕਰਦਾ ਹੈ, ਨਾਲੇ ਪੜ੍ਹਦਾ ਹੈ। ਨਾਲੇ ਸ਼ਬਦ ਹੈ ਸਾਡਾ ਸਮਾਨ ਯੋਜਕ ਹੈ ਵੀ ਪ੍ਰਦੀਪ ਨੌਕਰੀ ਕਰਦਾ ਹੈ, ਪ੍ਰਦੀਪ ਪੜ੍ਹਦਾ ਹੈ। ਦੋ ਅਲੱਗ-ਅਲੱਗ ਵਾਕ ਹੋ ਗਏ। ਦੋਨੋਂ ਵਾਕ ਸੁਤੰਤਰ ਉਪਵਾਕ ਦੇ ਰੂਪ ਵਿੱਚ ਹੈ ਕਿਉਂਕਿ ਦੋਨਾਂ ਨੂੰ ਕਿਸੇ ਹੋਰ ਵਾਕ ਦੀ, ਕਿਸੇ ਉਪਵਾਕ ਦਾ ਸਹਾਰਾ ਨਹੀਂ ਲੈਣਾ ਪੈ ਰਿਹਾ। ਪ੍ਰਦੀਪ ਨੌਕਰੀ ਕਰਦਾ ਹੈ ਆਪਣੇ ਆਪ ਦੇ ਵਿੱਚ ਪੂਰਨ ਹੈ। ਦੂਸਰਾ ਮੈਂ ਬੋਲਿਆ ਪ੍ਰਦੀਪ ਪੜ੍ਹਦਾ ਹੈ। ਹੁਣ ਇਹਨਾਂ ਦੋਨਾਂ ਨੂੰ ਜੋੜ ਕੇ ਇੱਕ ਵਾਕ ਬਣਾਇਆ ਗਿਆ ਸੰਯੁਕਤ ਵਾਕ। ਸੰਯੁਕਤ ਵਾਕ ਕਿਵੇਂ ਬਣਦਾ? ਸੰਯੁਕਤ ਵਾਕ ਦੀ ਪਰਿਭਾਸ਼ਾ ਕੀ ਹੈ? ਦੋ ਸਮਾਨ ਜਾਂ ਸੁਤੰਤਰ ਵਾਕਾਂ ਜਾਂ ਉਪਵਾਕਾਂ ਨੂੰ ਜੋੜ ਕੇ ਜਦੋਂ ਬਣਦਾ ਹੈ, ਦੋ ਜਾਂ ਦੋ ਤੋਂ ਵੱਧ ਵੀ ਹੋ ਸਕਦੇ ਆ, ਉਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਸਾਡੇ ਸੰਯੁਕਤ ਵਾਕ। ਪ੍ਰਦੀਪ ਨੌਕਰੀ ਕਰਦਾ ਹੈ, ਨਾਲੇ ਪੜ੍ਹਦਾ ਹੈ। ਹੁਣ ਇਹਦੇ ਵਿੱਚ ਕੀ ਹੈ ਵੀ ਪ੍ਰਦੀਪ ਨੌਕਰੀ ਕਰਦਾ ਹੈ, ਪ੍ਰਦੀਪ ਪੜ੍ਹਦਾ ਹੈ। ਦੋ ਸਮਾਨ ਵਾਕ ਹੋ ਗਏ, ਦੋ ਸੁਤੰਤਰ ਵਾਕ ਹੋ ਗਏ, ਉਹਨਾਂ ਨੂੰ ਨਾਲੇ ਸਮਾਨ ਯੋਜਕ ਨਾਲ ਜੋੜਿਆ ਤਾਂ ਸੰਯੁਕਤ ਵਾਕ ਦਾ ਨਿਰਮਾਣ ਹੋ ਗਿਆ। ਉਹ ਉੱਚਾ ਲੰਮਾ ਹੈ ਪਰ ਸੋਹਣਾ ਨਹੀਂ। ਹੁਣ ਇਹਦੇ ਵਿੱਚ ਦੋ ਵਾਕ ਬਣਦੇ ਆ, ਉਹ ਉੱਚਾ ਲੰਮਾ ਹੈ, ਉਹ ਸੋਹਣਾ ਨਹੀਂ ਹੈ। ਹੁਣ ਇਹਨਾਂ ਦੋਨਾਂ ਨੂੰ ਜੋੜਨ ਵਾਸਤੇ ਪਰ ਸ਼ਬਦ ਦਾ ਇਸਤੇਮਾਲ ਹੋਇਆ ਤਾਂ ਵਾਕ ਕੀ ਬਣਿਆ? ਉਹ ਉੱਚਾ ਲੰਮਾ ਹੈ ਪਰ ਸੋਹਣਾ ਨਹੀਂ। ਹੁਣ ਇਹ ਤੋਂ ਬਾਅਦ ਹੈ ਲਿਖਣ ਦੀ ਲੋੜ ਨਹੀਂ ਗੀ, ਇੱਥੇ ਵਾਕ ਖਤਮ ਹੁੰਦਾ ਹੀ ਹੈ। ਕਾਮਨ ਸੈਂਸ ਆ, ਤੁਹਾਨੂੰ ਪਤਾ ਹੈ ਵੀ ਐਵੇਂ ਨਹੀਂ ਲਿਖਿਆ ਜਾਂਦਾ ਹੁੰਦਾ ਵੀ ਉਹ ਉੱਚਾ ਲੰਮਾ ਹੈ ਪਰ ਸੋਹਣਾ ਨਹੀਂ ਹੈ। ਇਹ ਵਾਕ ਦਾ ਸੈਂਸ ਨਹੀਂ ਬਣਦਾ, ਵਧੀਆ ਨਹੀਂ ਬਣਦਾ। ਬਣਤਰ ਦੇ ਪੱਖ ਤੋਂ ਵਾਕ ਵਧੀਆ ਕਿਹੜਾ ਬਣਦਾ? ਉਹ ਉੱਚਾ ਲੰਮਾ ਹੈ ਪਰ ਸੋਹਣਾ ਨਹੀਂ। ਅਗਲੀ ਗੱਲ ਦੇਖੋ, ਤੁਸੀਂ ਸਕੂਲ ਪੜ੍ਹਨ ਜਾਂਦੇ ਹੋ ਨਾ ਕਿ ਖੇਡਣ ਲਈ। ਹੁਣ ਨਾ ਕਿ ਸ਼ਬਦ ਹੈ ਜਿਹੜਾ ਸਾਡਾ ਸਮਾਨ ਯੋਜਕ ਹੈ, ਦੋ ਸਮਾਨ ਵਾਕਾਂ ਜਾਂ ਉਪਵਾਕਾਂ ਨੂੰ ਜੋੜ ਰਿਹਾ, ਸੰਯੁਕਤ ਵਾਕ ਦਾ ਨਿਰਮਾਣ ਹੋ ਰਿਹਾ ਹੈ। ਜਿਵੇਂ ਅੱਡ ਅੱਡ ਬੋਲਦਾ ਮੈਂ, ਤੁਸੀਂ ਸਕੂਲ ਪੜ੍ਹਨ ਜਾਂਦੇ ਹੋ, ਤੁਸੀਂ ਸਕੂਲ ਖੇਡਣ ਲਈ ਨਹੀਂ ਜਾਂਦੇ। ਨਾ ਕਿ ਮਤਲਬ ਨਹੀਂ, ਨਾ ਕਿ ਵੀ ਤੁਸੀਂ ਸਕੂਲ ਪੜ੍ਹਨ ਜਾਂਦੇ ਹੋ, ਤੁਸੀਂ ਸਕੂਲ ਖੇਡਣ ਨਹੀਂ ਜਾਂਦੇ। ਇਹ ਦੋ ਅਲੱਗ-ਅਲੱਗ ਵਾਕ ਹੋ ਗਏ, ਦੋਨੋਂ ਸੁਤੰਤਰ ਹੈ, ਅਲੱਗ-ਅਲੱਗ ਹੈ। ਕਿਸੇ ਨੂੰ ਵੀ ਕਿਸੇ ਦਾ ਸਹਾਰਾ ਲੈਣ ਦੀ ਲੋੜ ਨਹੀਂ ਹੈ ਜਾਂ ਉਹਨਾਂ ਨੂੰ ਕਿਸੇ ਹੋਰ ਦਾ ਸਹਾਰਾ ਲੈਣ ਦੀ ਲੋੜ ਨਹੀਂ ਹੈ, ਆਪਣੇ ਆਪ ਦੇ ਵਿੱਚ ਪੂਰੇ ਹੈ। ਤੁਸੀਂ ਸਕੂਲ ਪੜ੍ਹਨ ਜਾਂਦੇ ਹੋ, ਤੁਸੀਂ ਸਕੂਲ ਖੇਡਣ ਨਹੀਂ ਜਾਂਦੇ। ਹੁਣ ਇਹਨੂੰ ਸਮਾਨ ਯੋਜਕ ਦੇ ਨਾਲ ਜੋੜਨਾ ਹੈ, ਨਾ ਕਿ ਸਮਾਨ ਯੋਜਕ ਦਾ ਇਸਤੇਮਾਲ ਕਰਕੇ ਤੁਸੀਂ ਸਕੂਲ ਪੜ੍ਹਨ ਜਾਂਦੇ ਹੋ, ਨਾ ਕਿ ਖੇਡਣ ਲਈ। ਹੁਣ ਅਗਲੀ ਗੱਲ ਕਰਦੇ ਹਾਂ, ਸੁਖਦੇਵ ਅਤੇ ਬਲਦੇਵ ਗੈਰ ਹਾਜ਼ਰ ਹਨ। ਹੁਣ ਇਹ ਵੀ ਸਾਡੇ ਦੋ ਵਾਕ ਹੈ, ਦੋ ਸੁਤੰਤਰ ਵਾਕ ਬਣਦੇ ਆ ਜਿਹਦੇ ਵਿੱਚ ਅਤੇ ਸਮਾਨ ਯੋਜਕ ਦੀ ਸਹਾਇਤਾ ਨਾਲ ਇੱਕ ਸੰਯੁਕਤ ਵਾਕ ਦਾ ਨਿਰਮਾਣ ਕੀਤਾ। ਅਲੱਗ-ਅਲੱਗ ਸੁਖਦੇਵ ਗੈਰ ਹਾਜ਼ਰ ਹੈ ਅਤੇ ਬਲਦੇਵ ਵੀ ਗੈਰ ਹਾਜ਼ਰ ਹੈ। ਅਲੱਗ-ਅਲੱਗ ਹੋ ਗਏ। ਜਿਵੇਂ ਤੁਸੀਂ ਇਹ ਲਿਖ ਸਕਦੇ ਹੋ ਵੀ ਸੁਖਦੇਵ ਗੈਰ ਹਾਜ਼ਰ ਹੈ, ਲਾ ਦਿਓ ਡੰਡੀ, ਪੂਰਨ ਵਿਸ਼ਰਾਮ ਲਾ ਦਿਓ, ਫਿਰ ਅੱਗੇ ਲਿਖ ਦਿਓ ਬਲਦੇਵ ਗੈਰ ਹਾਜ਼ਰ ਹੈ। ਦੋਨਾਂ ਦਾ ਤੁਸੀਂ ਕਹੋ ਜੀ ਸੰਯੁਕਤ ਵਾਕ ਬਣਾਓ ਤਾਂ ਇਹਦਾ ਬਣੂਗਾ ਸੁਖਦੇਵ ਅਤੇ ਬਲਦੇਵ ਗੈਰ ਹਾਜ਼ਰ ਹਨ। ਹੁਣ ਅੱਗੇ ਦੇਖੋ ਅਗਲਾ ਹੋਰ, ਚੰਡੀਗੜ੍ਹ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਹੈ। ਹੁਣ ਇਹਦੇ ਵਿੱਚ ਕੀ ਹੈ? ਤੇ ਸ਼ਬਦ ਹੈ ਜਿਹੜਾ ਉਹ ਸਮਾਨ ਯੋਜਕ ਦੇ ਰੂਪ ਵਿੱਚ ਦੋ ਸਮਾਨ ਜਾਂ ਸੁਤੰਤਰ ਵਾਕਾਂ ਜਾਂ ਉਪਵਾਕਾਂ ਨੂੰ ਜੋੜ ਕੇ ਸੰਯੁਕਤ ਵਾਕ ਦਾ ਨਿਰਮਾਣ ਕਰ ਰਿਹਾ। ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ, ਇੱਕ ਵਾਕ ਹੈ। ਚੰਡੀਗੜ੍ਹ ਹਰਿਆਣਾ ਦੀ ਰਾਜਧਾਨੀ ਹੈ, ਦੂਜਾ ਵਾਕ ਹੈ। ਉੱਚ ਸਿੱਖਿਆ ਦਿਲ ਤੇ ਦਿਮਾਗ ਦੋਨਾਂ ਦੀ ਸਿਖਲਾਈ ਲਈ ਜ਼ਰੂਰੀ ਹੈ।
ਲੰਮਾ ਵਾਕ ਲੈਂਥੀ ਵਾਕ ਆ, ਮੈਂ ਜਾਣ ਬੁੱਝ ਕੇ ਲਿਖਿਆ ਤਾਂ ਜੋ ਤੁਸੀਂ ਇਸ ਤਰ੍ਹਾਂ ਦਾ ਵੀ ਕੋਈ ਮੰਨ ਲਓ ਆਵੇ ਫਿਰ ਵੀ ਉਸ ਚੀਜ਼ ਨੂੰ ਸੋਲਵ ਕਰ ਸਕੋ, ਦੇਖ ਸਕੋ। ਤੇ ਸ਼ਬਦ ਹੈ ਜਿਹੜਾ ਇਹ ਸਾਡਾ ਸਮਾਨ ਯੋਜਕੀ ਹੈ। ਤੇ ਅਤੇ ਉੱਚ ਸਿੱਖਿਆ ਦਿਲ ਵਾਸਤੇ, ਦਿਲ ਦੀ ਸਿਖਲਾਈ ਲਈ ਜ਼ਰੂਰੀ ਹੈ। ਉੱਚ ਸਿੱਖਿਆ ਦਿਮਾਗ ਦੀ ਸਿਖਲਾਈ ਲਈ ਜ਼ਰੂਰੀ ਹੈ। ਅਲੱਗ ਅਲੱਗ ਹੋ ਗਏ ਵਾਕ ਦੋ, ਦੋਨੇ ਆਪਣੇ ਆਪ ਦੇ ਵਿੱਚ ਸੁਤੰਤਰ ਹੈ, ਦੋਨੇ ਕਿਸੇ ਦੇ ਅਧੀਨ ਨਹੀਂ ਹਨ। ਇੱਕ ਹੁੰਦਾ ਸੁਤੰਤਰ, ਇੱਕ ਹੁੰਦਾ ਅਧੀਨ ਜਾਂ ਪਰਾਧੀਨ। ਪਰਾ ਮਤਲਬ ਕਿਸੇ ਹੋਰ ਦੇ ਅਧੀਨ। ਮੁੰਡੇ ਖੇਡ ਰਹੇ ਹਨ ਅਤੇ ਕੁੜੀਆਂ ਪੜ੍ਹ ਰਹੀਆਂ ਹਨ। ਇਹ ਵਾਕ ਦੋਨੋਂ ਅਲੱਗ-ਅਲੱਗ ਹੈ। ਮੁੰਡੇ ਖੇਡ ਰਹੇ ਹਨ, ਕੁੜੀਆਂ ਪੜ੍ਹ ਰਹੀਆਂ ਹਨ। ਇਹਨਾਂ ਨੂੰ ਆਪਾਂ ਅਤੇ ਸ਼ਬਦ ਦੀ ਸਹਾਇਤਾ ਨਾਲ ਸੰਯੁਕਤ ਵਾਕ ਬਣਾਤਾ ਤੇ ਅਤੇ ਸਾਡਾ ਸਮਾਨ ਯੋਜਕ ਹੈ। ਰਾਜਿੰਦਰ ਦੇ ਘਰ ਦੀ ਹਾਲਤ ਮਾੜੀ ਹੈ ਪਰ ਉਸ ਨੇ ਦਿਲ ਨਹੀਂ ਛੱਡਿਆ। ਦੋ ਅਲੱਗ-ਅਲੱਗ ਵਾਕ ਸੀਗੇ। ਰਾਜਿੰਦਰ ਦੇ ਘਰ ਦੀ ਹਾਲਤ ਮਾੜੀ ਹੈ, ਰਾਜਿੰਦਰ ਨੇ ਦਿਲ ਨਹੀਂ ਛੱਡਿਆ। ਦੋ ਅਲੱਗ-ਅਲੱਗ ਵਾਕ ਸੀਗੇ। ਇਹਨਾਂ ਨੂੰ ਇੱਕ ਸੰਯੁਕਤ ਵਾਕ ਦੇ ਰੂਪ ਵਿੱਚ ਇਹਦਾ ਨਿਰਮਾਣ ਕੀਤਾ ਪਰ ਸ਼ਬਦ ਦੀ ਸਹਾਇਤਾ ਨਾਲ। ਉਹ ਨਾ ਕੇਵਲ ਕਵੀ ਹੈ ਸਗੋਂ ਨਾਵਲਕਾਰ ਵੀ ਹੈ। ਹੁਣ ਇਹਦੇ ਵਿੱਚ ਕੀ ਹੈ, ਇਹ ਸਾਡਾ ਸਮਾਨ ਯੋਜਕ ਹੈ ਜਿਹੜਾ ਸਾਡਾ ਸਗੋਂ ਸ਼ਬਦ ਹੈ। ਸਗੋਂ ਸ਼ਬਦ ਦਾ ਬਹੁਤ ਧਿਆਨ ਰੱਖਣਾ। ਉਹ ਨਾ ਕੇਵਲ ਕਵੀ ਹੈ ਬਲਕਿ ਨਾਵਲਕਾਰ ਵੀ ਹੈ। ਬਲਕਿ ਸ਼ਬਦ ਹੈ ਜਿਹੜਾ ਉਹਨੂੰ ਸਗੋਂ ਵੀ ਲਿਖਿਆ ਜਾਂਦਾ ਹੈ। ਸਗੋਂ ਬਲਕਿ ਕੋਈ ਦਿੱਕਤ ਨਹੀਂ ਹੈ ਵੀ ਉਹ ਕਵੀ ਹੈ, ਉਹ ਨਾਵਲਕਾਰ ਹੈ। ਦੋ ਅਲੱਗ-ਅਲੱਗ ਵਾਕ ਸੀਗੇ, ਦੋਨੋਂ ਸੁਤੰਤਰ ਸੀ ਆਪਣੇ ਆਪ ਦੇ ਰੂਪ ਵਿੱਚ। ਦੋਨਾਂ ਨੂੰ ਸਗੋਂ ਸਮਾਨ ਯੋਜਕ ਦੀ ਸਹਾਇਤਾ ਨਾਲ ਸੰਯੁਕਤ ਵਾਕ ਦਾ ਨਿਰਮਾਣ ਕੀਤਾ ਗਿਆ ਹੈ। ਉਹ ਛੋਟਾ ਹੈ ਪਰ ਜ਼ਹਿਰ ਦਾ ਟੋਟਾ ਹੈ। ਇਹ ਵੀ ਦੋ ਵਾਕ ਵੀ ਉਹ ਛੋਟਾ ਹੈ, ਇਹ ਵੀ ਵਾਕ ਆਪਣੇ ਆਪ 'ਚ ਪੂਰਨ ਹੈ। ਉਹ ਜ਼ਹਿਰ ਦਾ ਟੋਟਾ ਹੈ ਮਤਲਬ ਕੀ ਆ ਵੀ ਉਹ ਬਹੁਤ ਭੈੜਾ ਸੁਭਾਅ ਦਾ, ਮਤਲਬ ਲੜਾਈ ਖੋਰਾ ਜਿਸਾ ਉਹਦਾ। ਜ਼ਹਿਰ ਦਾ ਟੋਟਾ ਕਹਿਣ ਦਾ ਮਤਲਬ ਇਹ ਹੈ। ਜ਼ਹਿਰ ਦਾ ਟੋਟਾ ਇੱਕ ਮਤਲਬ ਕੀ ਹੈ ਵੀ ਮੁਹਾਵਰੇਦਾਰ ਵਾਕੰਸ਼ ਹੈ ਇੱਕ ਜ਼ਹਿਰ ਦਾ ਟੋਟਾ ਸ਼ਬਦ। ਉਹ ਬੁਝਦਿਲ ਨਹੀਂ ਸਗੋਂ ਸੂਰਬੀਰ ਹੈ। ਸਗੋਂ ਸ਼ਬਦ ਜਿਹੜਾ ਦੋ ਵਾਰੀ ਆ ਚੁੱਕਿਆ ਹੈ, ਸਮਾਨ ਯੋਜਕ ਹੈ ਸਗੋਂ ਸ਼ਬਦ। ਸਮਾਨ ਯੋਜਕ ਦੀ ਸਹਾਇਤਾ ਨਾਲ ਦੋ ਸੁਤੰਤਰ ਵਾਕਾਂ ਨੂੰ ਜੋੜਿਆ ਗਿਆ। ਇੱਕ ਹੈਗਾ ਵੀ ਉਹ ਬੁਝਦਿਲ ਨਹੀਂ ਹੈ, ਉਹ ਸੂਰਬੀਰ ਹੈ। ਦੋਨਾਂ ਸੁਤੰਤਰ ਉਪਵਾਕਾਂ ਨੂੰ ਸਮਾਨ ਯੋਜਕ ਦੀ ਸਹਾਇਤਾ ਨਾਲ ਜੋੜ ਕੇ ਸੰਯੁਕਤ ਵਾਕ ਦਾ ਨਿਰਮਾਣ ਕੀਤਾ ਗਿਆ ਹੈ। ਉਪਰੋਕਤ ਵਾਕਾਂ ਵਿੱਚ ਆਏ ਸ਼ਬਦ ਨਾਲੇ, ਪਰ, ਨਾ ਕੇ, ਤੇ ਅਤੇ ਸਗੋਂ ਇਹ ਸਮਾਨ ਯੋਜਕ ਆ। ਹੁਣ ਆ ਜਾਓ ਜੀ ਅਧੀਨ ਯੋਜਕਾਂ ਤੇ। ਹਾਂਜੀ, ਜਿਹੜਾ ਯੋਜਕ ਇੱਕ ਪ੍ਰਧਾਨ ਉਪਵਾਕ ਨੂੰ ਅਧੀਨ ਉਪਵਾਕ ਨਾਲ ਜੋੜੇ ਜਾਂ ਮਿਸ਼ਰਿਤ ਵਾਕ ਬਣਦੇ ਆ। ਤੁਹਾਨੂੰ ਪਤਾ ਅਧੀਨ ਯੋਜਕ ਮਿਸ਼ਰਿਤ ਵਾਕ ਬਣਾਉਂਦਾ ਹੈ। ਆਪਾਂ ਜਿਵੇਂ ਪੜ੍ਹਿਆ ਸੀਗਾ ਪਹਿਲਾਂ ਵੀ, ਮੈਂ ਦੋ ਤਿੰਨ ਵਾਰੀ ਰਿਪੀਟ ਕਰਤਾ ਵੀ ਸਮਾਨ ਯੋਜਕ ਦੀ ਸਹਾਇਤਾ ਨਾਲ ਸੰਯੁਕਤ ਵਾਕ ਬਣਦੇ ਆ ਤੇ ਅਧੀਨ ਯੋਜਕ ਦੀ ਸਹਾਇਤਾ ਨਾਲ ਮਿਸ਼ਰਿਤ ਵਾਕ ਬਣਦੇ ਆ। ਜਾਂ ਮਿਸ਼ਰਿਤ ਵਾਕਾਂ ਵਿੱਚ ਕੀ ਹੁੰਦਾ ਹੈ, ਪ੍ਰਧਾਨ ਉਪਵਾਕ ਨੂੰ ਅਧੀਨ ਉਪਵਾਕ ਨਾਲ ਜੋੜਦੇ ਆ। ਹੁਣ ਸੰਯੁਕਤ ਵਾਕ ਤੇ ਮਿਸ਼ਰਿਤ ਵਾਕ ਦਾ ਫਰਕ ਸੁਣ ਲਓ। ਸੰਯੁਕਤ ਵਾਕ ਦੇ ਵਿੱਚ ਦੋ ਵਾਕ ਜਾਂ ਉਪਵਾਕ ਜਿਹੜੇ ਹੁੰਦੇ ਆ ਉਹ ਸੁਤੰਤਰ ਜਾਂ ਸਮਾਨ ਹੁੰਦੇ ਆ, ਉਹ ਸਮਾਨ ਅਧਿਕਾਰ ਰੱਖਦੇ ਆ ਜਾਂ ਸੁਤੰਤਰ ਹੁੰਦੇ ਆ। ਪਰ ਮਿਸ਼ਰਿਤ ਵਾਕ ਦੇ ਵਿੱਚ ਕੀ ਆ, ਇੱਕ ਪ੍ਰਧਾਨ ਉਪਵਾਕ ਹੁੰਦਾ ਹੈ ਤੇ ਇੱਕ ਅਧੀਨ ਉਪਵਾਕ ਹੁੰਦਾ ਹੈ। ਅਧੀਨ ਉਪਵਾਕ ਹੈ ਜਿਹੜਾ ਪਰਾਧੀਨ ਉਪਵਾਕ ਹੈ, ਉਹ ਪ੍ਰਧਾਨ ਉਪਵਾਕ ਦੇ ਨਾਲ ਆ ਕੇ ਹੀ ਪੂਰਾ ਹੁੰਦਾ ਹੈ, ਉਸ ਤੋਂ ਬਿਨਾਂ ਪੂਰਾ ਨਹੀਂ ਹੁੰਦਾ। ਉਹਦਾ ਸੈਂਸ ਆ ਜਿਹੜਾ ਉਹ ਪੂਰਾ ਨਹੀਂ ਹੁੰਦਾ। ਉਹਦੇ ਵਿੱਚ ਵਾਕ ਦੀ ਪੂਰੀ ਜਾਣਕਾਰੀ ਨਹੀਂ ਹੁੰਦੀ, ਉਹਦੇ ਵਿੱਚ ਪੂਰੀ ਇਨਫੋਰਮੇਸ਼ਨ ਨਹੀਂ ਹੁੰਦੀ। ਪੂਰੀ ਇਨਫੋਰਮੇਸ਼ਨ ਲੈਣ ਵਾਸਤੇ ਉਸ ਅਧੀਨ ਉਪਵਾਕ ਨੂੰ ਕੀ ਹੈ, ਜਿਹੜਾ ਮੇਨ ਜਿਹੜਾ ਹੁੰਦਾ ਸਾਡਾ ਪ੍ਰਧਾਨ ਉਪਵਾਕ, ਉਹਦੇ ਅਧੀਨ ਜਾਣਾ ਪੈਂਦਾ। ਉਹਦੇ ਅਧੀਨ ਜਾਣ ਵਾਸਤੇ ਅਧੀਨ ਯੋਜਕਾਂ ਦੀ ਲੋੜ ਪੈਂਦੀ ਆ ਕਿ, ਕਿਉਂਕਿ, ਤਾਂ, ਫਿਰ ਵੀ, ਤਾਂ ਜੋ, ਤਦੇ, ਤਾਂ, ਤਾਈਓ, ਇਸ ਲਈ। ਇਹ ਸ਼ਬਦ ਹੈ ਜਿਹੜੇ ਸਾਡੇ ਕਿਹੜੇ ਆ, ਅਧੀਨ ਯੋਜਕ ਹੈ, ਜੋ ਕੀ ਹੈ ਇੱਕ ਪ੍ਰਧਾਨ ਉਪਵਾਕ ਤੇ ਇੱਕ ਅਧੀਨ ਉਪਵਾਕ ਨੂੰ ਜੋੜ ਕੇ ਮਿਸ਼ਰਿਤ ਵਾਕਾਂ ਦਾ ਨਿਰਮਾਣ ਕਰਦੇ ਆ। ਵਾਰੀ ਰਿਪੀਟ ਹੋ ਰਹੀਆਂ ਗੱਲਾਂ, ਮਤਲਬ ਤੁਹਾਡੇ ਸਮਝ ਆ ਜੂਗੀ ਕਹਾਣੀ। ਹੁਣ ਅੱਗੇ ਦੇਖੋ ਜੀ, ਆਹ ਦੇਖੋ ਹੁਣ ਇਹਦੀਆਂ ਉਦਾਹਰਨਾਂ ਦੇਖਦੇ ਆ। ਸਾਰੇ ਜਾਣਦੇ ਹਨ ਕਿ ਮਿਹਨਤ ਸਫਲਤਾ ਦੀ ਕੁੰਜੀ ਹੈ। ਹੁਣ ਦੇਖੋ ਤੁਸੀਂ ਕਹੋਗੇ ਸਰ ਇਹਨਾਂ ਦੇ ਵਿੱਚੋਂ ਅਧੂਰਾ ਵਾਕ ਕਿਹੜਾ ਤੇ ਪੂਰਾ ਵਾਕ ਕਿਹੜਾ, ਜਿਹੜਾ ਕਿ ਪ੍ਰਧਾਨ ਉਪਵਾਕ ਕਿਹੜਾ ਹੈ ਤੇ ਉਸ ਤੋਂ ਬਾਅਦ ਸਾਡਾ ਜਿਹੜਾ ਅਧੀਨ ਉਪਵਾਕ ਕਿਹੜਾ। ਮਿਹਨਤ ਸਫਲਤਾ ਦੀ ਕੁੰਜੀ ਹੈ, ਇਹ ਸਾਡਾ ਪ੍ਰਧਾਨ ਉਪਵਾਕ ਹੈ। ਸਾਰੇ ਜਾਣਦੇ ਹਨ। ਹੁਣ ਮੈਂ ਕਹਾਂ ਵੀ ਸਾਰੇ ਜਾਣਦੇ ਹਨ, ਤੁਹਾਡੇ ਮਨ 'ਚ ਉਦੋਂ ਹੋਵੇ ਸਰ ਕੀ ਜਾਣਦੇ ਹਨ। ਸਾਰੇ ਜਾਣਦੇ ਹਨ ਕਿਉਂਕਿ ਇਹਦੇ ਵਿੱਚ ਸਥਿਤੀ ਕਲੀਅਰ ਨਹੀਂ ਗੀ। ਸਾਰੇ ਜਾਣਦੇ ਹਨ ਆਪਣੇ ਆਪ ਦੇ ਵਿੱਚ ਪੂਰਾ ਵਾਕ ਨਹੀਂ ਗਾ। ਕਾਰਨ ਕੀ ਹੈ, ਕਿਉਂਕਿ ਇਹਦਾ ਸੈਂਸ ਨਹੀਂ ਪੂਰਾ। ਅਗਲੀ ਸਥਿਤੀ ਹੋਊਗੀ, ਅੱਗੇ ਕੀ ਜਾਣਦੇ ਹਨ ਇਹਦੇ ਵਿੱਚ ਆਪਾਂ ਨੂੰ ਸਥਿਤੀ ਕਲੀਅਰ ਕਰਨੀ ਪਊਗੀ।
ਵਾਕ ਦੇ ਵਿੱਚ ਜੋ ਆਪਾਂ ਇਨਫੋਰਮੇਸ਼ਨ ਦੇਣੀ ਚਾਹੁੰਦੇ ਹਾਂ ਉਹ ਇਨਫੋਰਮੇਸ਼ਨ ਆਪਾਂ ਨੂੰ ਪੂਰੀ ਕਰਨੀ ਪਊਗੀ। ਸਾਰੇ ਜਾਣਦੇ ਹਨ ਇਹ ਸ਼ਬਦ ਤਾਂ ਪੂਰੀ ਨਹੀਂ ਕਰ ਰਿਹਾ, ਇਹ ਜਿਹੜਾ ਸ਼ਬਦ ਸਮੂਹ ਉਪਵਾਕ ਦਿੱਤਾ ਇਹ ਤਾਂ ਪੂਰੀ ਨਹੀਂ ਕਰ ਰਿਹਾ ਇਨਫੋਰਮੇਸ਼ਨ ਪੂਰੀ ਕਿਹੜਾ ਵਾਕ ਕਰ ਰਿਹਾ? ਮਿਹਨਤ ਸਫਲਤਾ ਦੀ ਕੁੰਜੀ ਹੈ। ਸੋ ਇਹ ਹੈ ਜਿਹੜਾ ਇਹਨਾਂ ਅਧੀਨ ਉਪਵਾਕ, ਇਹ ਇਸ ਪ੍ਰਧਾਨ ਉਪਵਾਕ ਦੇ ਨਾਲ ਜੁੜੇਗਾ ਕਿ ਸ਼ਬਦ ਦੀ ਸਹਾਇਤਾ ਨਾਲ। ਅੱਗੇ ਦੇਖੋ ਜੀ, ਖੂਬ ਮਿਹਨਤ ਕਰੋ ਕਿਉਂਕਿ ਮਿਹਨਤ ਫਲ ਦੇ ਕੇ ਰਹਿੰਦੀ ਹੈ। ਮਿਹਨਤ ਫਲ ਦੇ ਕੇ ਰਹਿੰਦੀ ਹੈ, ਇਹ ਤਾਂ ਸਾਨੂੰ ਪਤਾ ਹੈ। ਖੂਬ ਮਿਹਨਤ ਕਰੋ, ਇਸ ਤੋਂ ਬਾਅਦ ਆਪਾਂ ਨੂੰ ਅੱਗੇ ਸੈਂਸ ਲਾਉਣਾ ਪਊਗਾ ਵੀ ਅੱਗੇ ਕੀ ਹੋਊਗਾ। ਸੋ ਇਹ ਇਹ ਹੈਗਾ ਸਾਡਾ ਅਧੀਨ ਉਪਵਾਕ ਹੈ ਤੇ ਇੱਧਰਲਾ ਸਾਡਾ ਪ੍ਰਧਾਨ ਉਪਵਾਕ ਹੈ, ਕਿਉਂਕਿ ਸ਼ਬਦ ਦੀ ਸਹਾਇਤਾ ਨਾਲ ਜੋੜ ਕੇ ਮਿਸ਼ਰਿਤ ਵਾਕ ਦਾ ਨਿਰਮਾਣ ਕੀਤਾ। ਇੰਨੇ ਮਜ਼ਬੂਤ ਬਣੋ ਕਿ ਕੋਈ ਤੁਹਾਡਾ ਮਨੋਬਲ ਨਾ ਤੋੜ ਸਕੇ। ਹੁਣ ਇਹਦੇ ਵਿੱਚ ਕੋਈ ਤੁਹਾਡਾ ਮਨੋਬਲ ਨਾ ਤੋੜ ਸਕੇ, ਇਹ ਤਾਂ ਪ੍ਰਧਾਨ ਉਪਵਾਕ ਹੈ ਵੀ ਇਹਦੇ ਤੋਂ ਤਾਂ ਪੂਰਾ ਆਪਾਂ ਨੂੰ ਸੈਂਸ ਪਤਾ ਲੱਗ ਰਿਹਾ ਵੀ ਕੋਈ ਵੀ ਤੁਹਾਡਾ ਮਨੋਬਲ ਤੋੜ ਨਾ ਸਕੇ। ਪਰ ਇੰਨੇ ਮਜ਼ਬੂਤ ਬਣੋ, ਹੁਣ ਤੁਸੀਂ ਕਹੋਗੇ ਸਰ ਕਿੰਨੇ ਮਜ਼ਬੂਤ ਬਣੋ? ਤੁਹਾਡੇ ਮਨ ਦੇ ਵਿੱਚ ਉਹਦਾ ਹੀ ਸਵਾਲ ਆ ਜੂ, ਕਿਉਂਕਿ ਵਾਕ ਪੂਰਾ ਸੈਂਸ ਨਹੀਂ ਦੇ ਰਿਹਾ, ਪੂਰੀ ਇਨਫੋਰਮੇਸ਼ਨ ਨਹੀਂ ਦੇ ਰਿਹਾ। ਪੂਰੀ ਇਨਫੋਰਮੇਸ਼ਨ ਦੇਣ ਵਾਸਤੇ ਕੀ ਕਰੂਗਾ ਇਹ? ਕਿਉਂਕਿ ਅਧੀਨ ਯੋਜਕ ਦੀ ਸਹਾਇਤਾ ਲਊਗਾ ਤੇ ਉਹ ਪ੍ਰਧਾਨ ਇੰਨੇ ਮਜ਼ਬੂਤ ਬਣੋ ਕਿ ਸ਼ਬਦ ਦੀ ਸਹਾਇਤਾ, ਕਿ ਯੋਜਕ ਦੀ ਸਹਾਇਤਾ ਲੈ ਕੇ, ਕਿ ਅਧੀਨ ਯੋਜਕ ਦੀ ਸਹਾਇਤਾ ਦੇ ਨਾਲ ਉਹ ਪ੍ਰਧਾਨ ਉਪਵਾਕ ਨਾਲ ਜੁੜੇਗਾ ਤੇ ਮਿਸ਼ਰਿਤ ਵਾਕ ਦਾ ਨਿਰਮਾਣ ਕਰਕੇ ਪੂਰੀ ਜਾਣਕਾਰੀ ਦੇਵੇਗਾ। ਜੇ ਅਸੀਂ ਵਰਤਮਾਨ ਵਿੱਚ ਮਿਹਨਤ ਕਰ ਲਈ ਤਾਂ ਅਸੀਂ ਆਪਣਾ ਭਵਿੱਖ ਸੁਧਾਰ ਲਵਾਂਗੇ। ਹੁਣ ਇਹਦੇ ਵਿੱਚ ਅਸੀਂ ਆਪਣਾ ਭਵਿੱਖ ਸੁਧਾਰ ਸਕਦੇ ਹਾਂ, ਇਹ ਤਾਂ ਸਾਡਾ ਹੈਗਾ ਪ੍ਰਧਾਨ ਉਪਵਾਕ, ਇਹ ਸਾਡਾ ਅਧੀਨ ਹੈ ਵੀ ਜੇ ਅਸੀਂ ਵਰਤਮਾਨ ਵਿੱਚ ਮਿਹਨਤ ਕਰ ਲਈ। ਹੁਣ ਜੇ ਸ਼ਬਦ ਆ ਜਿਹੜਾ ਉਹ ਅਧੀਨ ਉਪਵਾਕ ਦਾ ਸੈਂਸ ਹੈ, ਕਿਉਂਕਿ ਇਹ ਪੂਰੀ ਇਨਫੋਰਮੇਸ਼ਨ ਨਹੀਂ ਗੀ ਇਹਦੇ ਵਿੱਚ, ਵੀ ਜੇ ਅਸੀਂ ਵਰਤਮਾਨ ਵਿੱਚ ਮਿਹਨਤ ਕਰ ਲਈ ਤਾਂ ਤੁਸੀਂ ਕਹੋਗੇ ਸਰ ਅੱਗੇ ਫਿਰ ਜੇ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਜੇ ਸ਼ਬਦ ਤੋਂ ਬਾਅਦ ਵੀ ਇੱਕ ਮਤਲਬ ਸੰਭਾਵਨਾ ਕਿਸੇ ਚੀਜ਼ ਦੀ ਜਤਾਉਣੀ, ਉਹਦੇ ਵਾਸਤੇ ਆਪਾਂ ਜੇ ਸ਼ਬਦ ਲਾਉਂਦੇ ਹਾਂ ਤਾਂ ਉਹਦੇ ਵਾਸਤੇ ਤਾਂ ਅਧੀਨ ਯੋਜਕ ਦਾ ਇਸਤੇਮਾਲ ਕਰਕੇ ਦੋਨੋਂ ਅਧੀਨ ਉਪਵਾਕ ਤੇ ਪ੍ਰਧਾਨ ਉਪਵਾਕ ਇੱਕ ਦੂਜੇ ਦੇ ਨਾਲ ਸੰਪਰਕ ਦੇ ਵਿੱਚ ਆਉਣਗੇ ਅਧੀਨ ਯੋਜਕ ਦੀ ਸਹਾਇਤਾ ਨਾਲ ਤੇ ਮਿਸ਼ਰਿਤ ਵਾਕ ਦਾ ਨਿਰਮਾਣ ਕਰਕੇ ਪੂਰੀ ਜਾਣਕਾਰੀ ਦੇਣਗੇ। ਸਿੰਘ ਗਿਣਤੀ ਵਿੱਚ ਥੋੜ੍ਹੇ ਸਨ ਫਿਰ ਵੀ ਉਹ ਬਹਾਦਰੀ ਨਾਲ ਲੜੇ। ਹੁਣ ਇਹਦੇ ਵਿੱਚ ਫਿਰ ਵੀ ਸ਼ਬਦ ਹੈ ਜਿਹੜਾ ਉਹ ਦੋ, ਇੱਕ ਅਧੀਨ ਤੇ ਇੱਕ ਪ੍ਰਧਾਨ ਉਪਵਾਕ ਨੂੰ ਜੋੜ ਰਿਹਾ ਹੈ। ਤੇ ਕਿਹੜੇ ਵਾਕ ਦਾ ਨਿਰਮਾਣ ਹੋ ਰਿਹਾ? ਮਿਸ਼ਰਿਤ ਵਾਕ ਦਾ ਨਿਰਮਾਣ ਹੋ ਰਿਹਾ ਹੈ। ਇੱਕ ਮਿੰਟ ਓਏ, ਪਾਣੀ ਪੀ ਲੈਣ ਦਿਓ। ਹਾਂਜੀ, ਸਥਿਤੀ ਕਲੀਅਰ ਹੋ ਰਹੀ ਹੈ ਨਾ। ਸੰਯੁਕਤ ਵਾਕ ਬਾਰੇ ਵੀ ਪਤਾ ਲੱਗ ਰਿਹਾ ਸਾਨੂੰ ਤੇ ਨਾਲ ਮਿਸ਼ਰਿਤ ਵਾਕ ਬਾਰੇ ਵੀ, ਹੈ ਨਾ। ਸਧਾਰਨ ਵਾਕ ਦੀ ਤਾਂ ਚਲੋ ਗੱਲ ਆਪਾਂ ਨੂੰ ਪਤਾ ਹੀ ਹੈ। ਹਾਂਜੀ ਬੇਟਾ, ਉਹ ਬਹੁਤ ਲਾਲਚੀ ਹੈ ਤਦੇ ਤਾਂ ਮੈਂ ਉਸ ਦਾ ਸਾਥ ਛੱਡ ਦਿੱਤਾ ਤੇ ਉਹ ਬਹੁਤ ਲਾਲਚੀ ਹੈ। ਦੋ ਇੱਕ ਇਹਨਾਂ ਦੇ ਵਿੱਚੋਂ ਇੱਕ ਅਧੀਨ ਉਪਵਾਕ ਹੈ, ਇੱਕ ਪ੍ਰਧਾਨ ਉਪਵਾਕ ਹੈ। ਇਸ ਕਰਕੇ ਤਦੇ ਤਾਂ ਸ਼ਬਦ ਲਾ ਕੇ, ਤਦੇ ਤਾਂ ਇਹਦਾ ਮਤਲਬ ਹੀ ਹੁੰਦਾ ਇਸ ਲਈ। ਤੁਸੀਂ ਇਸ ਲਈ ਲਾ ਦਿਓ ਇਹਦੀ ਥਾਂ ਤੇ ਤਦੇ ਤਾਂ। ਤੁਸੀਂ ਸੋਚਣ ਲੱਗ ਜਾਓਗੇ ਸਰ ਤਦੇ ਤਾਂ ਦਾ ਸ਼ਾਬਦਿਕ ਅਰਥ ਕੀ ਹੈ? ਤਦੇ ਤਾਂ ਦਾ ਮਤਲਬ ਹੁੰਦਾ ਇਸ ਲਈ ਲਾ ਕੇ ਇਹਨੂੰ ਪੜ੍ਹੋ। ਉਹ ਬਹੁਤ ਲਾਲਚੀ ਹੈ ਇਸ ਲਈ ਮੈਂ ਉਸ ਦਾ ਸਾਥ ਛੱਡ ਦਿੱਤਾ। ਤਦੇ ਤਾਂ ਦਾ ਮਤਲਬ ਇਸ ਲਈ। ਮੈਨੂੰ ਉਸ ਦੀ ਭੈੜੀ ਆਦਤ ਬਾਰੇ ਪਤਾ ਸੀ ਤਾਈਓ ਮੈਂ ਉਸ ਨਾਲ ਨਹੀਂ ਬੋਲਦਾ। ਵੀ ਮੈਂ ਉਸ ਨਾਲ ਨਹੀਂ ਬੋਲਦਾ ਕਿਉਂ ਨਹੀਂ? ਕਿਉਂਕਿ ਮੈਨੂੰ ਉਸ ਦੀ ਭੈੜੀ ਆਦਤ ਬਾਰੇ ਪਤਾ ਸੀ। ਹੁਣ ਇਹ ਦੋ ਤਰੀਕੇ ਨਾਲ ਬਣਦਾ, ਤਾਈਓ ਸ਼ਬਦ ਲਾ ਕੇ ਵੀ ਬਣਦਾ ਤੇ ਕਿਉਂਕਿ ਸ਼ਬਦ ਲਾ ਕੇ ਵੀ ਬਣਦਾ। ਮੈਂ ਉਸ ਨਾਲ ਨਹੀਂ ਬੋਲਦਾ ਕਿਉਂਕਿ ਮੈਨੂੰ ਉਸ ਦੀ ਭੈੜੀ ਆਦਤ ਬਾਰੇ ਪਤਾ ਸੀ। ਇਹ ਵੀ ਸਾਡਾ ਮਿਸ਼ਰਿਤ ਵਾਕ ਹੀ ਹੈ ਜੋ ਮੈਂ ਬਣਾ ਕੇ ਬੋਲਿਆ। ਤੇ ਇਹਦੇ ਵਿੱਚ ਵੀ ਤਾਈਓ ਮਤਲਬ ਇਸੇ ਕਾਰਨ ਤਾਈਓ ਮੀਂਹ ਵਰਦਾ ਸੀ ਇਸ ਲਈ ਮੈਂ ਆ ਨਹੀਂ ਸਕਿਆ। ਹੁਣ ਇਹਦੇ ਵਿੱਚ ਵੀ ਮੈਂ ਆ ਨਹੀਂ ਸਕਿਆ ਕਿਉਂ? ਕਾਰਨ ਦਿੱਤਾ ਹੋਇਆ ਵੀ ਮੀਂਹ ਵਰਦਾ ਸੀ। ਹੁਣ ਇਹਦੇ ਵਿੱਚ ਦੋਨੋਂ ਕਾਰਨ ਸਹਿਤ ਆਪਾਂ ਜਾਣਨ ਵਾਸਤੇ ਕੀ ਹੈ, ਇੱਕ ਅਧੀਨ ਉਪਵਾਕ ਤੇ ਪ੍ਰਧਾਨ ਉਪਵਾਕ ਨੂੰ ਦੋਨਾਂ ਦੇ ਸੰਪਰਕ ਦੇ ਵਿੱਚ ਇੱਕ ਦੂਜੇ ਦੇ ਵਿੱਚ ਆਉਣਾ ਪਊਗਾ। ਉਹਦੇ ਵਾਸਤੇ ਇਸ ਲਈ ਅਧੀਨ ਯੋਜਕ ਦੀ ਵਰਤੋਂ ਕਰਦੇ ਹੋਏ ਕੀ ਹੋਇਆ? ਸਾਡਾ ਮਿਸ਼ਰਿਤ ਵਾਕ ਦਾ ਨਿਰਮਾਣ ਹੋਇਆ। ਉਪਰੋਕਤ ਵਾਕਾਂ ਵਿੱਚ ਆਏ ਹੋਏ ਸ਼ਬਦ ਕਿ, ਕਿਉਂਕਿ, ਤਾਂ, ਫਿਰ ਵੀ, ਤਾਂ ਜੋ, ਤਦੇ ਤਾਂ, ਤਾਈਓ,
ਤਾਈਓ ਤਾਂ ਇਸ ਲਈ ਇਹ ਸਾਡੇ ਹੈਗੇ ਆ ਅਧੀਨ ਯੋਜਕ। ਦੋ ਹੀ ਪ੍ਰਕਾਰ ਦੇ ਪੜ੍ਹਨੇ ਆ ਬਸ, ਸਮਾਨ ਯੋਜਕ ਤੇ ਅਧੀਨ ਯੋਜਕ। ਇਹਨਾਂ ਨੂੰ ਕਲੀਅਰ ਕਰ ਲਓ, ਯੋਜਕ ਦਾ ਪ੍ਰਸ਼ਨ ਨਹੀਂ ਕਦੇ ਗਲਤ ਹੋਊਗਾ। ਧਿਆਨ ਰੱਖਿਓ, ਸਮਾਨ ਯੋਜਕ ਹੈ ਜਿਹੜੇ ਹਮੇਸ਼ਾ ਸੰਯੁਕਤ ਵਾਕਾਂ ਦਾ ਨਿਰਮਾਣ ਕਰਦੇ ਆ ਤੇ ਅਧੀਨ ਯੋਜਕ ਹਮੇਸ਼ਾ ਮਿਸ਼ਰਿਤ ਵਾਕਾਂ ਦਾ ਨਿਰਮਾਣ ਕਰਦੇ ਆ। ਬਸ ਸਮਾਨ ਸੰਯੁਕਤ, ਅਧੀਨ ਮਿਸ਼ਰਿਤ, ਸਮਾਨ ਸੰਯੁਕਤ, ਅਧੀਨ ਮਿਸ਼ਰਿਤ, ਇੰਨੀ ਗੱਲ ਕਲੀਅਰ ਕਰ ਲਓ, ਬੱਲੇ ਬੱਲੇ ਹੋ ਜੂਗੀ। ਤੁਹਾਡਾ ਜਿਹੜਾ ਯੋਜਕ ਹੈ ਕਦੇ ਵੀ ਗਲਤ ਨਹੀਂ ਹੋਊਗਾ। ਬਾਕੀ ਥੋੜ੍ਹੇ ਥੋੜ੍ਹੇ ਸ਼ਬਦ ਇਹਨਾਂ ਦੇ ਨਾਲ ਸੰਬੰਧਿਤ ਚੇਤੇ ਰੱਖਣੇ ਆ ਤੁਸੀਂ। ਲਓ ਜੀ, ਇਹ ਯੋਜਕਾਂ ਦੇ ਨਾਲ ਸੰਬੰਧੀ ਜਮਾਤ ਹੋ ਗਈ। ਇੱਕ ਆਪਣੀ ਆਖਰੀ ਕਲਾਸ ਹੋਊਗੀ ਵਿਸਮਿਕ, ਇਹਨਾਂ ਦੇ ਬਾਰੇ ਆਪਾਂ ਜਲਦੀ ਵਿਚਾਰ ਕਰਦੇ ਹਾਂ ਜੀ। ਮਿਲਦੇ ਹਾਂ ਜਲਦੀ, ਰੱਬ ਰੱਖਾ।